ਨਾ ਨੀਂਦ ਆਉਂਦੀ ਅੱਧੇ ਰਾਤ ਤਕਲੀਫ ਦੇ ਵਿੱਚ ਆ ਤੇ ਕਾਹਨੂੰ ਤਾਂ ਬਚਨ ਦੇ ਟੀਕੇ ਲਵਾਉਂਦਾ ਤਾਂ ਥੱਲੇ ਵੀ ਕਰਦਾ ਰਿਹਾ ਬਸ ਯਾਰ ਛੱਡ ਦਿਓ। ਫਿਰ ਉਹਨੇ ਪਾਣੀ ਮੰਗਦੇ ਰਹੇ ਨੇ, ਪਿਸ਼ਾਬ ਪਿਲਾਇਆ ਉਹਨੂੰ ਮੇਰੇ ਭਰਾ ਨੂੰ। ਘਰੇ ਸੱਦ ਲੈਂਦਾ ਸੀ ਵੀ ਆਓ ਮੇਰੇ ਘਰੇ ਆਪਾਂ ਬਹਿ ਕੇ ਸੁਲ੍ਹਾ ਕਰਦੇ ਹਾਂ। ਘਰੇ ਆ ਕੇ ਕੁੱਟ ਮਾਰ ਕੇ ਉਹਦੀ ਲੱਤ ਬਾਂਹ ਤੋੜ ਦਿੰਦਾ। ਬੰਦੇ ਉਹਨੇ ਜ਼ਖਮੀ ਕੀਤੇ ਹੋਇਆ, ਕਿਸੇ ਦੀ ਬਾਂਹ ਹੈ नहीं गी, किसी की लत्त है नहीं गी, जिहदे नाल भी लड़दा। अस्सलाम वालेकुम नाज़रीन, मैं हूं एडी मलिक और फैसलाबाद के गांव रत्ती रत्ता में मौजूद हूं, जहां एक मुलज़म उमर फ़ारूक नामी जिसने अपने बाप के कत्ल का बदला उन लोगों को मार कर लिया जिनका शायद उसमें कसूर ही कोई नहीं था। 4 अफराद को फैसलाबाद के थाना सत्याना की हदूद में सरेआम कत्ल किया गया और उन अफराद को कत्ल करने वाला मुलज़म तोकीर नामी जो शख्स सोशल मीडिया पर एतराफ़ जुर्म कर रहा है, इसके पीछे असल कहानी जो अभी तक आपके सामने नहीं आई। ये वीडियो में जो शख्स अपनी ज़ख्मी टांग के साथ कई सालों से इस चारपाई पर मौजूद है, इसका गुनाह क्या था, इसको किसने फायर मारकर ज़ख्मी किया, इसके बच्चों के लिए किसने ज़मीन तंग कर दी थी। आज की इस कहानी को जब आप सुनेंगे तो यकीन करें कि आप खुद पर काबू नहीं रख सकेंगे। वो शख्स जिसकी गर्दन काट दी गई लेकिन फिर भी वो बच गया, आज वो इस वक्त जेल की सलाखों के पीछे है, लेकिन वो जेल के अंदर बैठकर किस तरह से अपने गिरोह को चला रहा है और कैसे बेसहारा मजलूम बेगुनाह लोगों को कत्ल कर रहे हैं। हकीकत आपको बताएंगे कि ये असल में दुश्मनी का आगाज़ कैसे हुआ था। क्या नाम है सर आपका? अब्दुल मनान। मनान साहब, ਇਹ ਦੱਸੋ ਕਿ ਤੁਹਾਡੀ ਇਹ ਜਿਹੜੀ ਲੱਤ ਤੇ ਜ਼ਖਮ ਹੋਏ ਨੇ, ਇਹ ਕਿਵੇਂ ਜ਼ਖਮ ਹੋਏ ਨੇ ਤੇ ਕਿਸ ਤਰ੍ਹਾਂ ਹੋਏ ਜੀ? ਜੀ ਮੈਂ ਦੁੱਧ ਲੈ ਕੇ ਜਾ ਰਿਹਾ ਸੀ ਤੇ ਮੈਨੂੰ ਰਾਸਤੇ 'ਚ ਇਹਨਾਂ ਨੇ ਟੱਕਰਿਆ। ਉਮਰ ਸੀ ਤੇ ਨਾਲ ਇੱਕ ਉਹਦਾ ਨਾਂ ਉਹਦੀ ਫੁੱਫੀ ਦਾ ਬੇਟਾ ਸਾਕਬ ਵੜਾਇਆ 'ਚ, ਉਹਨਾਂ ਨੇ ਮੈਨੂੰ ਤੁਰੇ ਜਾਂਦੇ ਨੇ ਫੈਰ ਮਾਰੇ ਆ ਜੀ ਤੇ ਮੈਂ ਉੱਥੇ ਡਿੱਗ ਪਿਆ। ਡਿੱਗ ਕੇ ਆਪਣੇ ਜਾਣੇ ਮੈਨੂੰ ਮਾਰ ਕੇ ਸਿੱਟ ਗਏ ਕਮਾਦ 'ਚ, ਮੈਂ ਡਿੱਗ ਪਿਆ ਤੇ ਉਹ ਕਮਾਦ ਵੱਡਾ ਸੀ, ਮੈਂ ਉਹਨਾਂ ਨੂੰ ਲੱਭਾ ਹੀ ਨਹੀਂ ਮੁੜ ਕੇ ਦੁੱਧ ਸਮੇਤ ਹੀ। ਉਸ ਤੋਂ ਬਾਅਦ ਉੱਥੇ ਬੰਦੇ ਫਿਰ ਆਇਆ, ਦੁਬਾਰਾ ਫੈਰਿੰਗ ਫੂਰਿੰਗ ਕੀਤੀ, ਬੰਦੇ ਨੱਸ ਭੱਜ ਗਏ ਆ। ਉਹਨਾਂ ਨੇ ਵੇਖਿਆ ਮੈਂ ਉੱਥੇ ਕਮਾਦ 'ਚ ਡਿੱਗ ਪਿਆ ਸੀ ਜੀ। ਮੈਨੂੰ ਕਿ ਉੱਥੇ ਜਿਹੜੇ ਲੰਘਦੇ ਟੱਪਦੇ ਉਹਨਾਂ ਨੇ ਮੈਨੂੰ ਕੱਢਿਆ, ਕੱਢ ਕੇ ਮੈਨੂੰ ਹਸਪਤਾਲ ਲੈ ਗਏ ਜੀ। ਆਹ ਵੇਖੋ ਜੀ ਮੇਰਾ ਕੀ ਹਾਲ ਆ ਮੇਰਾ, ਮੈਨੂੰ ਨਾ ਕੋਈ ਪੁੱਛੇ ਨਾ ਕੋਈ ਦੱਸੇ ਨਾ ਨੀਂਦ ਆਉਂਦੀ ਅੱਧੇ ਰਾਤ ਤਕਲੀਫ ਦੇ ਵਿੱਚ ਆ ਤੇ ਕਾਹਨੂੰ ਤਾਂ ਬਚਨ ਦੇ ਟੀਕੇ ਲਵਾਉਂਦਾ 24 ਘੰਟੇ ਬੇਸਕੂਨ ਪਤਾ ਦੋ ਮੈਂ ਗੋਲੀਆਂ ਦੇ ਖਾਣਾ। ਮੈਨੂੰ ਮਨਾਨ ਸਾਹਿਬ, ਹਿੰਮਤ ਕਰੋ, ਅੱਲਾਹ ਤਾਲਾ ਤੁਹਾਨੂੰ ਸਬਰ ਦੇ, ਤੁਹਾਨੂੰ ਸਿਹਤਯਾਬ ਕਰੇ। ਮੈਨੂੰ ਇਹ ਦੱਸੋ ਕਿ ਤੁਹਾਨੂੰ ਫਾਇਰ ਮਾਰਨ ਦੀ ਵਜ੍ਹਾ ਕੀ ਸੀ? ਤੁਸੀਂ ਉਮਰ ਫਾਰੂਕ ਦਾ ਕੀ ਵਿਗਾੜਿਆ ਸੀ? ਮੈਂ ਉਮਰ ਫਾਰੂਕ ਦਾ ਜੀ ਮੈਨੂੰ ਪਹਿਲਾਂ ਤਾਂ ਆਂਦੇ ਜੀ ਸੁਲ੍ਹਾ ਕਰ ਲਾ ਜੀ। ਮੈਂ ਕਿਹਾ ਜੀ ਮੈਂ ਨਹੀਂ ਕਰਨੀ। ਮੈਨੂੰ ਫਿਰ ਉਹ ਜਿਹੜੇ ਉੱਥੋਂ ਫੋਨ ਕਰਦੇ ਸੀ, ਇਹ ਤੈਨੂੰ ਤਾਂ ਮਾਰਿਆ ਤੂੰ ਉਹਦੇ ਤਾਏ ਦਾ ਪੋਤਾ। ਮੈਨੂੰ ਪਹਿਲਾਂ ਤਾਂ ਆਂਦੇ ਸੁਲ੍ਹਾ ਕਰ ਲਾ। ਮੈਂ ਕਿਹਾ ਠੀਕ ਹੈ ਯਾਰ, ਮੈਂ ਸੁਲ੍ਹਾ ਕਰ ਲੂੰਗਾ, ਪਰ ਕੋਈ ਤਰੀਕਾਕਾਰ ਮੈਨੂੰ ਦੱਸੋ ਸੁਲ੍ਹਾ ਦਾ। ਐਵੇਂ ਤਾਂ ਨਹੀਂ ਤੂੰ FIR ਚੱਕ ਲਾ, ਨਹੀਂ ਤਾਂ ਤੇਰੇ ਬੱਚੇ ਵੀ ਮਾਰ ਦਿਆਂਗੇ, ਅਸੀਂ ਇਹ ਕਰ ਦਿਆਂਗੇ। ਅਸੀਂ ਕੌਣ ਧਮਕੀਆਂ ਲਾਉਂਦਾ ਸੀ ਤੁਹਾਨੂੰ? ਇਹ ਜੀ ਕਦੇ ਤਾਂ ਜੀ ਅਸੀਂ ਜੀ ਨਾਗਰੇ ਬੋਲਦੇ ਹਾਂ, ਕਦੇ ਕੌਣ ਫੋਨ 'ਤੇ ਹੀ ਆਉਂਦਾ ਸੀ, ਕਦੇ ਫਲਾਣੇ ਜੀ ਫਿੱਜੇ ਦੇ ਦੋਸਤ ਬੋਲਦੇ ਹਾਂ। ਅਖੀਰ ਦੀ ਬਾਜੀ ਉਹਨੇ ਕਿਹਾ ਜੀ ਅਸੀਂ ਉਮਰ ਅਤੇ ਮੈਂ ਬੋਲਦਾ ਸਾਕ ਵੜਾਇਆ 'ਚ ਜੇ ਤੂੰ ਸੁਲ੍ਹਾ ਨਾ ਕੀਤੀ, FIR ਨਾ ਚੱਕੀ। ਮੈਂ ਕਿਹਾ ਯਾਰ ਇਵੇਂ ਮੈਂ ਕਿਸ ਤਰ੍ਹਾਂ, ਤੁਸੀਂ ਮੇਰੇ ਸਾਹਮਣੇ ਆਓ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰ ਲੂੰਗਾ। ਉਹਨੇ ਕਿਹਾ ਜੀ ਤੂੰ FIR ਚੱਕ। ਮੈਂ ਕਿਹਾ ਯਾਰ ਮੈਂ ਜੇ ਮੰਜੀ 'ਤੇ ਮੈਂ FIR ਜਾ ਕੇ ਕਿਸ ਤਰ੍ਹਾਂ ਚੱਕ ਸਕਦਾ, ਜਿਵੇਂ ਤੁਸੀਂ ਕਹੋਗੇ। ਮੇਰਾ ਨਾ ਕੋਈ ਲੜਾਈ 'ਚ ਇੱਥੇ ਸਾਡੇ ਰਾਣਾ ਜਬੇਦ ਸਾਹਿਬ ਆ, ਉੱਥੇ ਇਹਨਾਂ ਨੇ ਸੱਦਿਆ ਦੇ ਮਾਮੂ ਹਰ ਵੀ ਆਏ। ਉਹਨਾਂ ਨੇ ਮੈਂ ਕਿਹਾ ਜੀ ਜਿਸ ਤਰ੍ਹਾਂ ਤੁਸੀਂ ਰਾਜ਼ੀ ਹਾਂ, ਅਸੀਂ ਸੁਲ੍ਹਾ ਕਰਨ ਵਾਸਤੇ ਤਿਆਰ ਹਾਂ, ਪਰ ਮੈਨੂੰ ਨਾ ਵੀ ਕੁਛ ਕਹਿਣ। ਉਹਨੇ ਫਿਰ ਅਖੀਰ ਦੀ ਬਾਜੀ ਮੈਨੂੰ ਫੈਰ ਮਾਰ ਦਿੱਤੇ। ਅੱਛਾ, ਮੈਨੂੰ ਇਹ ਦੱਸੋ ਕਿ ਅੱਜ ਤੋਂ ਤਕਰੀਬਨ ਕੋਈ 25 ਸਾਲ ਪਹਿਲੇ ਹਫੀਜ਼ ਨਾਮੀ ਸ਼ਖਸ ਨੇ ਉਮਰ ਫਾਰੂਕ ਦੇ ਪਿਓ ਨੂੰ ਕਤਲ ਕੀਤਾ ਸੀ। ਉਹਨੂੰ ਕਿਉਂ ਕਤਲ ਕੀਤਾ ਸੀ? ਔਰ ਉਮਰ ਫਾਰੂਕ ਨੇ ਸੀ ਜੀ, ਉਦੋਂ ਵੀ ਮੈਂ ਮੌਕੇ 'ਤੇ ਮੌਜੂਦ ਸੀ। ਉਦੋਂ ਵੀ ਕੋਈ ਲੜਾਈ ਫਸਾਦ ਨਹੀਂ ਸੀ ਜੀ, ਕੋਈ ਗੱਲ ਨਹੀਂ ਸੀ। ਇਹ ਜੱਟਾਂ ਦੀ ਅਤੇ ਰਾਣਿਆਂ ਦੀ ਆਪਸ ਵਿੱਚ ਲੜਾਈ ਸੀ। 72 ਸਟਾਪ 'ਤੇ ਇਹਨਾਂ ਦੀ ਲੜਾਈ ਹੋਈ, ਮਾੜੀ ਮੋਟੀ ਮੂੰਹ ਘਸੁੰਨੋ ਮੁੱਕੀ। ਇਹਨਾਂ ਨੇ ਇੱਥੇ ਮੇਰੇ ਕੋਲ ਆਬਾਸ ਮੇਰੇ ਕੋਲ ਆਇਆ, ਉਹਨੇ ਕਿਹਾ ਵੀ ਕੀ ਗੱਲ ਹੋਈ ਆ। ਮੈਂ ਕਿਹਾ ਯਾਰ ਮੈਂ ਤਾਂ ਦੁੱਧ ਲੈ ਕੇ ਆਇਆ ਅਤੇ ਮੈਨੂੰ ਨਹੀਂ ਪਤਾ ਫੀਜਾ ਆਉਂਦਾ ਅਤੇ ਮੈਂ ਪੁੱਛਦਾ। ਇਹਨਾਂ ਨੇ ਕਿਹਾ ਵੀ ਫੀਜਾ ਨੂੰ ਨਾਲ ਤੋਂ 5-4 ਬੰਦੇ ਆਏ, ਅਸੀਂ ਪੁੱਛਦਾ ਸੀ ਕਰਨੇ ਵੀ ਕਿਹੜੀ ਗੱਲੋਂ ਲੜੇ ਆ। ਮੈਂ ਵੀ ਸਰ ਜੀ ਨਾਲ ਚਲਾ ਗਿਆ ਫੀਜੇ ਰੀ ਅੱਗੇ ਚਲੇ ਗਏ, ਮੈਂ ਪਿੱਛੇ ਚਲਾ ਗਿਆ। ਇਸ ਤਰ੍ਹਾਂ ਜਿਵੇਂ ਆ ਮੰਜੇ ਡਾਏ ਆ, ਇਸ ਤਰ੍ਹਾਂ ਹੀ ਮੰਜੇ ਡਾਏ। ਮੈਂ ਜਾ ਕੇ ਮੰਜਿਆਂ 'ਤੇ ਬਹਿ ਗਿਆ ਅਤੇ ਫੀਜੇ ਇਹ ਦਰਵਾਜ਼ੇ ਦੇ ਨਾਲ ਪਿਛਲੇ ਪਾਸੇ ਨਾ ਡਾਂਗਾਂ ਲੈ ਕੇ ਖੜ੍ਹੇ ਹੋਏ ਸੀ। ਫੀਜਾ ਜੂੰ ਅੰਦਰ ਵੜਿਆ, ਇਹਨਾਂ ਨੇ ਡਾਂਗਾਂ ਮਾਰਨੀਆਂ ਸ਼ੁਰੂ ਉਹ ਕਰਤੀਆਂ। ਫਿਰ ਇਸ ਤੋਂ ਬਾਅਦ ਉੱਥੇ ਕਿਆਰੀ ਜੀ ਬਣਾਈ ਸੀ, ਉਹ ਉਹਨਾਂ ਨੇ ਮਾਰਿਆ। ਮੈਂ ਮਿੰਨਤਾਂ ਥੱਲੇ ਵੀ ਕਰਦਾ ਰਿਹਾ ਬਸ ਯਾਰ ਛੱਡ ਦਿਓ। ਫਿਰ ਉਹਨੇ ਪਾਣੀ ਮੰਗਦੇ ਰਹੇ ਨੇ, ਪਿਸ਼ਾਬ ਪਿਲਾਇਆ ਉਹਨੂੰ ਮੇਰੇ ਭਰਾ ਨੂੰ।
ਕਿੰਨੇ ਪਿਸ਼ਾਬ ਲਾਇਆ ਸੀ? ਅਬਾਸ ਨੇ ਉਹਨੂੰ ਅਬਾਸ ਆਂਦੇ ਸੀ ਜੀ, ਅਬਾਸ ਆਂਦੇ ਸੀ ਨਾ, ਉਹਦਾ ਮਸ਼ਤਾਕ ਸੀ। ਫਿਰ ਇਦਾਂ ਉਹ ਮਹੱਲੇ ਵਾਲੇ ਬੰਦੇ ਉਹਨਾਂ ਨੇ ਪਏ ਤੇ ਉਹਨਾਂ ਨੇ ਫਿਰ ਚੱਕ ਕੇ ਮੇਰੇ ਵਾਲਾ ਸਾਹਿਬ ਉੱਥੇ ਗਏ ਆ, ਇਹਨਾਂ ਨੂੰ ਉੱਥੇ ਮਹੱਲੇ ਦੇ ਬੰਦੇ ਗਏ। ਜਦੋਂ ਹਫੀਜ਼ ਨੂੰ ਇਹਨਾਂ ਨੇ ਮਾਰਿਆ ਸੀ, ਮੁਸ਼ਤਾਕ ਵਗੈਰਾ ਨੇ, ਉਹ ਪਾਣੀ ਮੰਗਦਾ ਰਿਹਾ ਤੇ ਇਹਨਾਂ ਨੇ ਪਿਸ਼ਾਬ ਲਾਇਆ ਸੀ ਪਲਾਇਆ ਜੀ ਮੁਸ਼ਤਾਕ ਨੇ। ਹਾਂਜੀ ਮੁਸ਼ਤਾਕ ਨੇ। ਤੇ ਮੁਸ਼ਤਾਕ ਦੇ ਬਾਰੇ 'ਚ ਤੇ ਕਿਹਾ ਜਾਂਦਾ ਕਿ ਉਹ ਸਕੂਲ ਟੀਚਰ ਸੀ। ਸਕੂਲ ਟੀਚਰ ਵੀ ਇਸ ਤਰ੍ਹਾਂ ਦੀ ਹਰਕਤ ਕਰ ਸਕਦੇ ਨੇ? ਬੰਦੇ ਸਾਡੇ ਤੋਂ ਇਲਾਵਾ ਤੁਸੀਂ ਜਾ ਕੇ ਵੇਖ ਲਓ ਕਿੰਨੇ ਕੁ ਬੰਦੇ ਉਹਨੇ ਜ਼ਖਮੀ ਕੀਤੇ ਹੋਇਆ। ਕਿਸੇ ਦੀ ਬਾਂਹ ਹੈ ਨਹੀਂ ਗੀ, ਕਿਸੇ ਦੀ ਲੱਤ ਹੈ ਨਹੀਂ ਗੀ। ਜਿਹਦੇ ਨਾਲ ਵੀ ਲੜਦਾ ਸੀ ਉਹ ਨਾ ਸੁਲ੍ਹਾ ਸਫਾਈ ਕਰ ਲੈਂਦਾ ਸੀ ਤੇ ਘਰੇ ਸੱਦ ਲੈਂਦਾ ਸੀ ਵੀ ਆਓ ਮੇਰੇ ਘਰੇ ਆਪਾਂ ਬਹਿ ਕੇ ਸੁਲ੍ਹਾ ਕਰਦੇ ਆ। ਘਰੇ ਆ ਕੇ ਕੁੱਟ ਮਾਰ ਕੇ ਉਹਦੀ ਲੱਤ ਬਾਂਹ ਤੋੜ ਦਿੰਦਾ ਸੀ ਤੇ ਮੁੜ ਕੇ ਇਹਦਾ ਨਾਂ ਨਹੀਂ ਉਹਦਾ, ਉਹ ਪੁਲਿਸ ਨੂੰ ਇਹ ਮੁਸ਼ਤਾਕ ਹਰਕਤਾਂ ਕਰਦਾ ਸੀ? ਕਰਦਾ ਸੀ। ਚੋਰ ਡਕੇਟ ਸੀ ਜੀ, ਉਹ ਡਕੇਟ ਬਹੁਤ ਵੱਡਾ ਸੀ ਉਹ। ਤੇ ਮੁੜ ਕੇ ਘਰੇ ਸੱਦ ਲੈਂਦਾ, ਮੈਂ ਤੇਰੇ ਨਾਲ ਸੁਲ੍ਹਾ ਕਰਨੀ ਆ। ਸੁਲ੍ਹਾ ਕਰਕੇ ਤੇ ਮੁੜ ਕੇ ਅਗਲਿਆਂ ਨੂੰ ਕੁੱਟ ਮਾਰਦਾ ਸੀ ਤੇ ਮੁੜ ਕੇ ਪਰਚਾ ਕਰਵਾ ਦਿੰਦਾ ਸੀ ਜੀ ਮੇਰੇ ਘਰੇ ਡਕੇਟੀ ਕਰਨ ਆਏ ਆ, ਮੇਰੇ ਘਰੇ ਐਂ ਕਰਨਾ ਹੈ, ਉਤੋਂ ਇਸ ਤਰ੍ਹਾਂ ਕਰਦਾ ਸੀ। ਫਿਰ ਹਫੀਜ਼ ਨੇ ਮੁਸ਼ਤਾਕ ਨੂੰ ਕਤਲ ਕਿਵੇਂ ਕੀਤਾ ਸੀ? ਇਹ ਜੀ ਫਿਰ ਇਹ ਪਾਰਟੀ ਵੇਸ ਬਣ ਗਈ ਮੁਸ਼ਤਾਕ ਦੀ। ਉਹ ਕਹਿੰਦਾ ਸੀ ਮੈਂ ਮਾਰ ਦੇਣਾ ਤੈਨੂੰ, ਇਹ ਆਂਦਾ ਸੀ ਮੈਂ ਮਾਰ ਦੇਣਾ। ਮੈਂ ਉਦੋਂ ਵੀ ਦੁੱਧ ਦਾ ਕੰਮ ਕਰਦਾ ਸੀ। ਫਿਰ ਇਹ 3-4 ਬੰਦੇ ਸੀ, ਇੱਕ ਅਕਮਲ ਸੀ, ਉਹ ਅਜੇ ਤੱਕ ਇਸ਼ਤਿਹਾਰੀ ਆ, ਪਤਾ ਨਹੀਂ ਜ਼ਿੰਦਾ ਹੈ ਜਾਂ ਮੁਰਦਾ ਹੈ। ਅਫਜ਼ਲ ਸੀ ਰਾਣਾ, ਅਮਜਦ ਸੀ, ਜਿਨ੍ਹਾਂ ਵਿੱਚੋਂ ਹਫੀਜ਼ ਵੀ ਮਾਰ ਦਿੱਤਾ ਇਹਨਾਂ ਨੇ ਤੇ ਅਮਜਦ ਵੀ ਮਾਰ ਦਿੱਤਾ ਹੈ। ਤੇ ਹਫੀਜ਼ ਤੇ ਅਮਜਦ ਨੂੰ ਕਤਲ ਕਿਨੇ ਕੀਤਾ ਸੀ ਤੇ ਕਦੋਂ ਕਤਲ ਹੋਏ ਸੀ? 20 ਤੇ ਅਮਜਦ ਦਾ 6 ਮਹੀਨੇ ਸਾਲ ਹੋ ਚੱਲਿਆ ਨੇ ਕਤਲ ਕੀਤਾ ਹੈ। ਦੋਵਾਂ ਨੂੰ ਉਮਰ ਫਾਰੂਕ ਨੇ ਕਤਲ ਕੀਤਾ? ਹਾਂਜੀ ਦੋਵਾਂ ਨੇ ਉਮਰ ਫਾਰੂਕ ਨੇ ਕਤਲ ਕਰ ਦਿੱਤਾ ਹੈ। ਅੱਛਾ, ਉਮਰ ਫਾਰੂਕ ਐਡਾ ਵੱਡਾ ਖੌਫ ਦੀ ਅਲਾਮਤ ਕਿਸ ਤਰ੍ਹਾਂ ਬਣ ਗਿਆ ਕਿ ਉਹ ਜਿਹਨੂੰ ਨੇ ਉਹਨੂੰ ਫਾਇਰ ਮਾਰ ਦਿੰਦਾ ਹੈ, ਜਿਹਨੂੰ ਨੇ ਉਹਨੂੰ ਕਤਲ ਕਰ ਦਿੰਦਾ ਹੈਗਾ? ਜੀ ਭਾਜੀ ਉਹਦੇ ਮਗਰ ਪਾਰਟੀਆਂ ਬਹੁਤ ਆ। ਕਿਹੜੀਆਂ ਪਾਰਟੀਆਂ ਉਹਨੂੰ ਸਪੋਰਟ ਕਰਦੀਆਂ ਨੇ? ਪਾਰਟੀਆਂ ਮਸਲਨ ਨੂੰ ਉਤਲੀ ਹਾਈ ਲੈਵਲ ਤੱਕ ਆ ਭਾਜੀ ਉਹਦੇ ਮਗਰ ਪਾਰਟੀਆਂ। ਉਹ ਗੰਨਾ ਇੱਥੇ ਸਾਰੀ ਸਾਡੇ ਬੂਹਿਆਂ ਦੇ ਵਿੱਚ ਆ ਵੇਖੋ ਫਾਇਰਿੰਗ ਕਰਕੇ ਗਿਆ ਸੀ, ਅੰਦਰੋਂ ਹੀ ਨਹੀਂ ਨਿਕਲ ਗਏ, ਉਸਕ ਗਏ ਅੰਦਰ ਹੀ ਲੁਕ ਗਏ। ਸਾਡੇ ਦਰਵਾਜ਼ਿਆਂ ਫਾਇਰ ਵੇਖੋ, ਬਾਹਰ ਲੱਗੇ ਆ, ਦੀਵਾਰਾਂ 'ਚ ਫਾਇਰ ਲੱਗੇ ਹੋਏ ਆ। ਪੂਰੇ ਪਿੰਡ ਤੋਂ ਜਦੋਂ ਮਰਜੀ ਪੁੱਛ ਲਓ, ਐਸੇ ਉਹਦੇ ਕੋਲ ਗੰਨਾ ਸਾਰੇ ਪਿੰਡ ਦੇ ਕੋਈ ਬੰਦਾ ਨਹੀਂ, ਅਸੀਂ ਨਹੀਂ, ਕੋਈ ਵੀ ਨਹੀਂ ਕੁਸਕਦਾ ਉਹਦੇ ਅੱਗੇ। ਕੰਮ ਕੀ ਕਰਦਾ ਹੈਗਾ ਸੀ? ਕੰਮ ਬਸ ਚੋਰੀਆਂ ਡਕੈਟੀਆਂ, ਤੈਨੂੰ ਕਤਲ ਕਰਤਾ, ਤੇਰੇ ਤੋਂ ਪੈਸੇ ਲੈ ਲਏ, ਮੇਰੇ ਤੋਂ ਕਤਲ ਕਰਤਾ, ਪੈਸੇ ਲੈ ਲਏ। ਤੇ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਸੀ? ਨਹੀਂ, ਮਾੜੇ ਬੰਦੇ ਨੂੰ ਕੌਣ ਪੁੱਛਦਾ? ਮਾੜੇ ਬੰਦੇ ਨੂੰ ਇੱਕ ਵਾਰੀ ਵੀ ਨਹੀਂ ਆ ਕੇ ਮੇਰੇ ਕੋਲੋਂ ਪੁੱਛਿਆ ਵੀ ਕੀ ਹੋਇਆ ਤੇ ਕੀ ਨਹੀਂ ਹੋਇਆ। ਅੱਜ ਵਾਹਦ ਮੈਨੂੰ ਪਤਾ ਨਹੀਂ ਥਾਣੇ ਆਇਆ ਕਿ ਕਿਤੋਂ ਹੋਰ ਆਇਆ ਫੋਨ, ਉਹ ਆ ਮੈਂ ਮੁੰਡੇ ਨੂੰ ਦੱਸਿਆ, ਮੈਨੂੰ ਤਾਂ ਪਤਾ ਨਹੀਂ ਵੀ ਉਮਰ ਫਾਰੂਕ ਨੂੰ ਅਸੀਂ ਰਿਮਾਂਡ ਤੇ ਲਿਆਈਏ ਕਿ ਨਾ ਲਿਆਈਏ। ਅੱਛਾ, ਪੁਲਿਸ ਤੁਹਾਡੇ ਕੋਲ ਪੁੱਛਦੀ ਪਈ ਹੈ ਕਿ ਰਿਮਾਂਡ ਤੇ ਲਿਆਈਏ ਕਿ ਨਾ ਲਿਆਈਏ? ਅਜੇ ਤੱਕ ਸਾਡੇ ਤੋਂ ਪੁੱਛਿਆ ਦੱਸਿਆ ਹੀ ਨਹੀਂ ਜੀ। ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਨਾਲ ਅਜੇ ਤੱਕ ਇਨਸਾਫ ਨਹੀਂ ਹੋਇਆ? ਨਹੀਂ, ਤੁਸੀਂ ਮੈਨੂੰ ਦੱਸੋ ਵੀ ਮੇਰੇ ਨਾਲ ਕੀ ਇਨਸਾਫ ਹੋਇਆ। ਮੈਨੂੰ ਤੁਸੀਂ ਦੱਸ ਦਿਓ, ਤੁਹਾਡੇ ਤੇ ਮੈਂ ਸਿੱਟਦੇ ਮੇਰੇ ਨਾਲ ਕੀ ਇਨਸਾਫ ਹੋਇਆ। ਮੈਨੂੰ ਤਾਂ ਜਾਂਦਾ ਨਹੀਂ। ਇੱਕ ਮੁੰਡਾ ਜੇ ਕੋਈ ਡਰਦਾ ਲੈ ਜਾਂਦਾ ਉੱਥੇ ਛੱਡ ਕੇ ਮੈਨੂੰ ਭੱਜ ਜਾਂਦਾ। ਇੰਨਾ ਖੌਫ ਹੈਗਾ ਇਹਨਾਂ ਦਾ? ਗੱਡੀ ਵਾਲਾ ਨਹੀਂ ਮੈਨੂੰ ਕੋਈ ਲੈ ਕੇ ਜਾਂਦਾ ਭਾਜੀ। ਇਹ ਜਿਹੜੇ 4 ਥੋੜੇ ਦਿਨ ਪਹਿਲੇ ਕਤਲ ਹੋਏ ਨੇ ਸੁਨਿਆਰਿਆਂ ਦੇ, ਇਹਨਾਂ ਦਾ ਕੀ ਗੁਨਾਹ ਸੀ ਤੇ ਇਹਨਾਂ ਨੂੰ ਕਿੰਨੇ ਕਤਲ ਕਰਵਾਇਆ? ਇਹਨਾਂ ਦਾ ਇਹੀ ਸੀ ਵੀ ਉਹ ਸੁਲ੍ਹਾ ਕਰਾਉਂਦੇ ਸੀ। ਸ਼ਰੀਫ ਲੋਕ ਸਨ? ਹਾਂ, ਸ਼ਰੀਫ ਲੋਕ ਸੀ। ਉਹ ਕਿਹਨਾਂ ਦੀ ਸੁਲ੍ਹਾ ਕਰਵਾਉਣਾ ਚਾਹੁੰਦੇ ਸੀ? ਉਹ ਸਾਡੀ ਕਰਾਉਣਾ ਚਾਹੁੰਦੇ ਸੀ ਵੀ ਯਾਰ ਅਮਨ ਸ਼ਾਂਤੀ ਹੋ ਜਾਵੇ। ਸਾਡੇ ਪਿੰਡ ਰਾਣਾ ਜਵੇਦ ਸਾਹਿਬ ਆ, ਉਹਨੇ ਵੀ ਕਿਹਾ, ਮੈਂ ਕਿਹਾ ਠੀਕ ਹੈ ਰਾਣਾ ਸਾਹਿਬ ਕਰਾ ਦਿਓ। ਮੀਆਂ ਮੁਸ਼ਤਾਕ ਸਾਹਿਬ ਆਏ ਦਿਨ 72 ਦੇ ਨਾਜ਼ਮ ਆ, ਉਹ ਆਏ, ਮੈਂ ਕਿਹਾ ਰਾਣਾ ਸਾਹਿਬ ਠੀਕ ਆ, ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਮੈਂ ਕਰਵਾ ਦੇਣਾ। ਫਿਰ ਰਾਣਾ ਫਿਆਜ਼ ਸਾਹਿਬ ਆ, ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਯਾਰ ਸੁਲ੍ਹਾ ਵਾਸਤੇ ਜਿਹੜੇ ਵੀ ਬੰਦੇ ਆਏ ਸੀ ਇਹੀ ਗੱਲ ਕਹੀ ਸੀ ਵੀ ਠੀਕ ਆ, ਤੂੰ ਕੋਈ ਜ਼ਿੰਮੇਵਾਰੀ ਚੱਕ ਲਓ, ਇਹ ਨਾ ਵੀ ਸਾਨੂੰ ਵੀ ਪਿੰਡ ਵੀ ਛੱਡਣਾ ਪਵੇ। ਤੇ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਭਾਈ ਫਿਰ ਵੀ ਉਹਦੀ ਮਿਹਨਤ ਕਰ ਲੈਂਦੇ ਹਾਂ ਤੇ ਅਸੀਂ ਸੁਲ੍ਹਾ ਕਰਨ ਨੂੰ ਤਿਆਰ ਆ। ਤੇ ਤੁਹਾਡੀ ਕਾਨੂੰਨ ਨੇ ਕੋਈ ਮਦਦ ਨਹੀਂ ਕੀਤੀ? ਤੁਹਾਡੇ ਸਾਹਮਣੇ ਹੈ ਜੀ ਜਿਹੜੀ ਮਦਦ ਹੋਣ ਡਈ। ਮੈਂ ਤੁਹਾਨੂੰ ਦੱਸਿਆ ਵੀ ਗੱਡੀ ਵਾਲਾ ਮੈਨੂੰ ਲਿਜਾਣ ਤੋਂ ਕੋਈ ਨਹੀਂ ਲਿਜਾਂਦਾ, ਡਰਦਾ ਉਹਦੇ ਤੋਂ। ਇਸ ਤਰ੍ਹਾਂ ਤੇ ਫਿਰ ਇਹੋ ਜਿਹੇ ਮੁਲਜ਼ਮਾਂ ਨੂੰ ਜਿਹੜਾ ਹੈਗਾ ਨਾ, ਤੁਸੀਂ ਪੈਰਵਾਈ ਨਹੀਂ ਕਰੋਗੇ ਤੇ ਉਹ ਬਾਹਰ ਆ ਜਾਣਗੇ ਸਕੂਲ ਜਾਣਗੇ। ਤਾਂ ਭਾਈ ਫਿਰ ਅੱਲਾ ਤਾਂ ਸਾਡਾ ਹੈਗਾ ਹੀ ਆ ਨਾ, ਅੱਲਾ ਤੋਂ ਤਾਂ ਉੱਤੇ ਕੋਈ ਨਹੀਂ ਨਾ। ਕਿੰਨੇ ਸਾਲ ਪਹਿਲੇ ਤੁਹਾਨੂੰ ਫਾਇਰ ਵੱਜੇ? ਸਾਲ ਹੋ ਚੱਲੇ ਆ। ਉਹ ਤੁਹਾਨੂੰ ਜਗ੍ਹਾ ਵਿਖਾਵਾਂ, ਧੀਰੀਆਂ ਵਗਦੀਆਂ ਇੰਨੇ ਮੇਰੇ ਕੋਲ ਨਹੀਂ। ਤੁਹਾਡੇ ਬੱਚੇ ਕਿੰਨੇ ਹੈਗੇ ਨੇ? 5 ਬੱਚੇ ਆ, 2 ਬੱਚੀਆਂ, 3 बच्चे छोटे छोटे। नाज़रीन, ये उस उमर फ़ारूक की कहानी है जिसको हीरो बनाया जा रहा है, जिसको मज़लूम कहा जा रहा है। और ये मज़लूमियत का डंडोरा पीटने वाले कोई और नहीं, हमारे ही लोग हैं जो ऐसे जराइम पेशा अनासर को, और ये हमारे कानून नाफिज करने वालों की कारकर्दगी है कि 4 साल पहले इस शख्स को, गरीब इंसान है ये, और इसको फायर मारकर चारपाई पर डाल दिया। बूढ़ा बाप ज़ारो कतार रो रहा है सामने बैठकर। कब आपको होश आएगी, कब हरकत आएगी?
ऐसे लोगों को सपोर्ट करना छोड़ दें। ऐसे जराइम पेशा नासर का सिर्फ एक ही इलाज होता है कि इनको निशाने इबरत बनाया जाए। लेकिन पुलिस जिनका काम था ऐसे मुल्ज़मान को नकेल डालना, वही पुलिस आज इनसे फ़ोन पर कई सालों बाद रब्ता कर रही है कि हम उमर फ़ारूक को रिमांड पर लेकर आ रहे हैं, तो ले आएँ। इनसे पूछ रही है जिनका कोई नहीं है, जिनके बच्चों को संभालने के लिए कोई नहीं है, जिनके बच्चों का पेट पालने के लिए ये वो वाहद सहारा था जो कई सालों से चारपाई पर पड़ा हुआ है। आप अंदाज़ा कर लें। और आप लोग उस उमर फ़ारूक की मजलूमियत का रोना रो रहे हैं कि उसकी गर्दन काट दी गई। वो इतना नेक इंसान था कि लोगों के घरों में जाकर उनकी औरतों के साथ छेड़खानी करता था। तो फिर ऐसे लोगों का क्या होना चाहिए? इनकी गर्दनें तन से उखाड़नी चाहिए। आज जो इसका ग्रोह सोशल मीडिया पर बैठकर जो लोगों को धमका रहा है, बहुत सारे लोग सामने आने की हिम्मत ही नहीं कर रहे कि मुल्ज़मान अभी भी आज़ाद हैं, वो हमारे ऊपर अटैक कर देंगे। ये शख्स जो किस्मत का मारा आपके सामने पड़ा है, 4 साल से इंसाफ के लिए दर बदर भटक रहा है। और आप ये सोचें कि इसकी कहानी सुन के मेरी आंखों में आंसू आ रहे हैं कि जो शख्स इसको लेकर थाने या कचहरी जाने की कोशिश करता है तो उसे पता चलता है छोड़ के भाग जाता है। और हमारे कानून नाफज करने वाले अदारे जो हैं वो इस इलाके में, ये फैसलाबाद पुलिस की कारकर्दगी है। आप सोचें कि वो एक शख्स जो 22 से 24 साल का नौजवान जो जेल में बैठकर इतना बड़ा नेटवर्क चला रहा है और पूरा इलाका उसके खौफ से जो है वो सहमा हुआ है, कोई सामने आने की हिम्मत नहीं करता। 4 अफराद को जेल में बैठकर उसने कत्ल करवा दिया। और हमारे कुछ मीडिया पर्सन उसको उसकी मजलूमियत का रोना रो रहा है कि वो बेचारा, अभी कितने लोगों को उसने कत्ल कर दिया, अभी बेचारा है। कब तक हम ऐसे कातलों को बेचारा समझते रहेंगे? और वज़ीर आला साहिबा, आपसे ये गुजारिश है कि अपनी पुलिस को कम से कम ऐसे जराइम पेशा नासर के पीछे लगाएं ताकि ये लोग जो शरीफ शहरी हैं, जो अपने बच्चों का पेट पालने के लिए मेहनत मजदूरी करते हैं, वो इज़्ज़त के साथ, वो बिला खौफ होकर अपने बच्चों के लिए मेहनत मजदूरी करें, ना कि वो इस तरह से जिस तरह ये शख्स ज़ारो कुतार रो रहा है। 4 साल पहले इन पर हमला हुआ और उसके बाद से लेकर आज तक इस चारपाई पर बैठा हुआ है। बहुत सारे लोग अभी भी ज़ख्मी, जिसको इस दरिंदे ने फायरिंग करके उनको ज़ख्मी किया हुआ है, वो भी सामने बैठे हुए हैं। हम उनको सामने लाने की इसलिए कोशिश नहीं कर रहे क्योंकि उनके लिए ये मसला हो सकता है, उन्होंने यहाँ पर रहना है। लेकिन ये फैसलाबाद पुलिस की कारकर्दगी है कि एक शख्स जिसने पहले खुद कितने अफराद को कत्ल किया, कितने ख़ानदानों को उजाड़ा, कितने बच्चों को यतीम किया, और एक वो शख्स जिसने कुछ दिन पहले 4 अफराद को कत्ल करने के बाद वो सोशल मीडिया पर पैगाम दे रहा है कि मैंने कत्ल किए हैं, जो करना कर लो। कब तक ऐसा ही होता रहेगा? आखिरकार ऐसे मुल्ज़मान को नकेल डालनी होगी। हमारा मकसद ऐसे लोगों को इस कहानी का सच सामने लाना ये था कि आप हकीकत से आशनार हों कि इस मुल्क में, इस मुआशरे में क्या हो रहा है और किस तरह से लोग जो हैं वो चंद टकों की खातर मुंह काला करके कैसे ऐसे जराइम पेशा नासर को प्रमोट कर रहे हैं। इजाज़त चाहूँगा। अल्लाह निगहबान।